से सेम वापस नहीं जाएंगे, क्योंकि यहोवा के वचन में लिखा है, यहोवा सारी विपत्ति से तेरी रक्षा करेगा, वह तेरे प्राण की रक्षा करेगा। आए हम आपको उस यहोवा की हजूरी में लेकर चलते हैं जिसने लाल समुद्र को दुबाक कर दिया, दाऊद को कभी भी हारने ना दिया, और उसने हमारे लिए अपना इकलौता पुत्र कुर्बान कर दिया। तो चले अब हम आपको आज की वर्शिप की ओर लेकर चलते हैं। खुदा की महिमा के लिए बढ़ेंगे और बेटी रचना सामने आएगी और खुदा की पवित्र कलाम जो पढ़ेगी। उत्पत्ति की किताब, सारे अपनी बाइबल लेके बैठो। उत्पत्ति की किताब 18 बाब 20 तो 33 आयत तक पढ़ांगे। छेती बेटी रचना सामने आएगी। उपरांत यहोवा ने सदोम के अगे अमोराह दे रोला बहुत वध गया ਅਤੇ ਉਹਨਾਂ ਦਾ ਪਾਪ ਵੀ ਬਹੁਤ ਭਾਰੀ ਹੈ। ਤਾਂ ਮੈਂ ਉੱਤਰ ਕੇ ਦੇਖਾਂਗਾ ਕਿ ਉਹਨਾਂ ਨੇ ਉਸੇ ਰੋਲੇ ਅਨੁਸਾਰ ਮੇਰੇ ਕੋਲ ਆਇਆ ਹੈ, ਸਭ ਕੁਝ ਕੀਤਾ। ਔਰ ਜੇ ਨਹੀਂ ਤਾਂ ਮੈਂ ਜਾਣਾਂਗਾ ਤਾਂ ਉਹ ਮਨੁੱਖ ਉੱਥੋਂ ਮਰ ਕੇ ਸਦੋਮ ਮੇਰੇ ਹੋ ਕੇ ਆਖਿਆ कि तू धर्मी ਨੂੰ कुधर्मी नाश करेगा। तो अब समय प्रभु के दास के द्वारा की हुई लाइफ चेंजिंग टेस्टमनीज का और गवाहियों का, जिसके द्वारा आप भी बहुत सारी आशीषें पा सकते हैं। सारी सलाम और खुदा दे सेवक मिलिया। मेरी गवाही को जिस तरह है कि मेरे डैडी ਨੂੰ काफ़ी दिन ਦੇ ਸੱਪ ਲੜੇਦਾ ਸੀ, ਇਸ ਕਰਕੇ ਉਹਨਾਂ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ। और भाई साहब रात साढ़े घर आई तो मैं बहुत रोई और मैं ना रो रो के ना अपने घुटने दे के परमेश्वर अगे इन्ना रोई ना कि परमेश्वर तू मेरे हंजमान देख और मेरे डैडी नू ठीक करो। और इस टाइम तुहाडे विच आ डैडी ने मैनू बिल्कुल ही ठीक किया। उस रात परमेश्वर ने मेरे हंजमान नू देखा, मैं इन्ना रोई कि परमेश्वर डैडी ही मेरा सहारा है। और परमेश्वर तुहाडे दास ने भी सानू दस्सिया है कि तू परमेश्वर अगे हंजू टेक के रो और परमेश्वर तेरी सुनेगी। और मेरे टेस्ट भी नॉर्मल आए, परमेश्वर ने डैडी ने भी ठीक किया। और इस टाइम साढ़े विच सारे जैन मेरे वालों भाई साहब नूर बुआ जी नूं सलाम, सारी कलीसिया नूं सलाम। मेरी गवाही इस तरह कि वीरवार मैं पिंड गई हुई सी और मेरे बेटे नूं बहुत ज़्यादा बुखार सी और साह लैण विच इन्नी दिक्कत हो रही सी। असीं सोचदे पए सी कि शायद सानूं हॉस्पिटल लैके जाना पे।
ਔਰ ਮੈਂ ਭਾਈ ਸਾਹਿਬ ਤੋਂ ਫੋਨ ਕਰਕੇ ਉਸਦੇ ਵਾਸਤੇ ਪ੍ਰੇਅਰ ਕਰਵਾਈ ਔਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਮਤਲਬ ਖਾਂਸੀ ਵੀ ਨਹੀਂ ਔਰ ਬੁਖਾਰ ਬਿਲਕੁਲ ਚਲਾ ਗਿਆ ਉਹਦਾ ਔਰ ਛਾਤੀ ਵੀ ਬਿਲਕੁਲ ਠੀਕ ਹੈ ਉਹਦੀ। ਮੈਂ ਧੰਨਵਾਦ ਕਰਦੀ ਹਾਂ ਭਾਈ ਸਾਹਿਬ ਦਾ। ਹਾਲੇਲੂਇਆ। ਸਾਰੀ ਕਲੀਸਿਆ ਨੂੰ ਸਲਾਮ। ਰੱਬ ਦੇ ਦਾਸਾਂ ਨੂੰ ਵੀ ਸਲਾਮ। ਮੇਰੀ ਗਵਾਹੀ ਇਹ ਆ, ਮੇਰੇ ਬੇਟੇ ਦੇ ਕਰਨ ਦੇ ਬਹੁਤ ਕਰਨ 'ਚ ਪੀਣ ਹੁੰਦੀ ਸੀਗੀ ਤੇ ਇੱਥੇ ਆਇਆ ਸੀ ਚਰਚ ਵਿੱਚ ਤੇ ਮੈਂ ਭਾਈ ਸਾਹਿਬ ਦੇ ਗਾੜੀ ਉੱਠ ਕੇ ਇੱਥੋਂ ਉੱਠੀ ਤੇ ਮੈਂ ਭਾਈ ਸਾਹਿਬ ਨੂੰ ਕਿਹਾ, ਭਾਈ ਸਾਹਿਬ ਜੀ ਤੁਸੀਂ ਕਰਨ ਦੇ ਤਾਂ ਬਹੁਤ ਹੀ ਕੰਨ ਵਿੱਚ ਪੇਨ ਹੁੰਦੀ ਆ ਤੇ ਮੈਡੀਸਨ ਵੀ ਕਿੰਨੀ ਖਾ ਚੁੱਕਿਆ ਸੀ ਤੇ ਫਰਕ ਨਹੀਂ ਪੈਂਦਾ ਤੇ ਮੈਂ ਭਾਈ ਸਾਹਿਬ ਕੋਲ ਦਵਾ ਕਰਾਈ ਤੇ ਮੇਰੇ ਬੇਟੇ ਦੇ ਕੰਨ ਦੀ ਦਰਦ ਬਹੁਤ ਹੀ ਬਿਲਕੁਲ ਹੀ ਨਾਰਮਲ ਹੋ ਗਈ, ਠੀਕ ਹੋ ਗਿਆ ਹੈ ਔਰ ਮੈਂ ਸਾਰੀ ਕਲੀਸਿਆ ਦਾ ਰੱਬ ਦੇ ਦਾਸਾਂ ਨੂੰ ਜੈਮ ਸੀ। ਸਾਰੀ ਮਸੀਹ ਕਲੀਸਿਆ ਨੂੰ ਰੱਬ ਦੇ ਦਾਸ ਔਰ ਦਾਸੀ ਨੂੰ ਜੈ ਮਸੀਹ। ਮੇਰੀ ਗਵਾਹੀ ਇਹ ਹੈ ਕਿ ਮੇਰਾ ਬੇਟਾ ਠੀਕ ਨਹੀਂ ਸੀ 2-3 ਦਿਨਾਂ ਤੋਂ। ਇਹਨੂੰ ਨਾ ਬਹੁਤ ਜ਼ਿਆਦਾ ਬੁਖਾਰ ਸੀ ਤੇ ਬੜਾ ਜ਼ਿਆਦਾ ਮਤਲਬ ਕਮਜ਼ੋਰ ਹੋ ਗਿਆ ਸੀ, ਖਾਂਸੀ ਜ਼ੁਕਾਮ ਬੁਖਾਰ ਤੇ ਅਸੀਂ ਦਵਾਈ ਵੀ ਨਹੀਂ ਖਾਂਦੇ ਸੀ। ਸਾਲ 6 ਮਹੀਨੇ ਹੋ ਗਏ ਅਸੀਂ ਦਵਾਈ ਬਿਲਕੁਲ ਛੱਡੀ ਹੈ ਸਾਰਿਆਂ ਨੇ, ਅਸੀਂ ਕਦੀ ਵੀ ਨਹੀਂ ਦਵਾਈ ਖਾਧੀ, ਹੁਣ ਸਾਲ ਹੋ ਗਿਆ ਤੇ ਮੈਂ ਕਿਹਾ ਗਿਆ ਤੈਨੂੰ ਮੈਂ ਦਵਾਈ ਲਿਆ ਦਿੰਦੀ ਹਾਂ। ਕਹਿੰਦਾ ਨਹੀਂ ਮੰਮਾ ਮੈਂ ਦਵਾਈ ਨਹੀਂ ਖਾਣੀ। ਮੈਂ ਕਿਹਾ ਕਿਉਂ? ਕਹਿੰਦਾ ਨਹੀਂ ਮੈਂ ਨਹੀਂ ਖਾਣੀ, ਮੈਨੂੰ ਵਿਸ਼ਵਾਸ ਆ ਪ੍ਰਾਰਥਨਾ ਨਾਲ ਠੀਕ ਹੋ ਜਾਣਾ। ਮੈਂ ਕਿਹਾ ਠੀਕ ਆ। ਮੈਂ ਮੁੜ ਕੇ ਭਾਈ ਸਾਹਿਬ ਨੂੰ ਇਹ ਪਹਿਲਾਂ ਪ੍ਰਾਰਥਨਾ ਕਰਵਾਈ ਤੇ ਜਦੋਂ ਅਸੀਂ ਅੱਜ ਚਰਚ ਆਉਣਾ ਸੀ ਸਵੇਰੇ ਫੇਰ ਇਹਨੂੰ ਬੜਾ ਬੁਖਾਰ ਹੋ ਗਿਆ, ਬਹੁਤ ਜ਼ਿਆਦਾ ਹੀ ਬੁਖਾਰ ਹੋ ਗਿਆ। ਮੈਂ ਸਵੇਰੇ ਮਨੇਰੇ ਹੀ ਫੋਨ ਲਾਇਆ ਭਾਈ ਸਾਹਿਬ ਨੂੰ, ਮੈਂ ਭਾਈ ਸਾਹਿਬ ਜੀ ਗੈਵੀ ਨੂੰ ਫੇਰ ਬੜਾ ਬੁਖਾਰ ਹੋ ਗਿਆ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਵਿਸ਼ਵਾਸ ਕਰੋ, ਤੁਸੀਂ ਹੁਣ ਗਵਾਹੀ ਦੇ ਨਾਲ ਹੀ ਆਓਗੇ ਤੇ ਗਵਾਹੀ ਦੇ ਕੇ ਆਓਗੇ। ਮੈਂ ਕਿਹਾ ਠੀਕ ਆ। ਅਸੀਂ ਜਦੋਂ ਅੱਗੇ ਪ੍ਰਾਰਥਨਾ ਕਰਵਾਈ ਤੇ ਉਹ ਤੋਂ ਬਾਅਦ ਮੈਂ ਕਿਹਾ ਰੱਬ ਦੇ ਦਾਸ ਸਾਨੂੰ ਅੱਜ ਤੱਕ ਇਹੀ ਸਿਖਾਉਂਦੇ ਆਉਂਦੇ ਕਿ ਤੁਸੀਂ ਦੂਸਰੇ ਤੇ ਡਿਪੈਂਡ ਨਾ ਰਹੋ, ਤੁਸੀਂ ਖੁਦ ਪ੍ਰਾਰਥਨਾ ਕਰੋ। ਤੇ ਉਹ ਤੋਂ ਬਾਅਦ ਅਸੀਂ ਪ੍ਰਾਰਥਨਾ ਕਰਵਾ ਕੇ ਅਸੀਂ ਦੋਨੋਂ, ਮੈਂ ਤੇ ਗੈਵੀ ਅੰਦਰ ਚਲ ਗਏ। ਅਸੀਂ 1-1.5 ਘੰਟੇ ਬਾਅਦ ਜਦੋਂ ਪ੍ਰਾਰਥਨਾ ਕਰਕੇ ਅੰਦਰੋਂ ਬਾਹਰ ਆਏ ਤੇ ਮੁੰਡੇ ਨੂੰ ਦੇਖਿਆ ਤੇ ਮੁੰਡਾ ਬਿਲਕੁਲ ਠੀਕ ਹੀ, ਬਿਲਕੁਲ ਠੀਕ। ਮੇਰੀ ਦੂਸਰੀ ਗਵਾਹੀ ਇਹ ਹੈ ਕਿ ਮੇਰੇ ਨਾ ਗਲੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਸੀ। ਮੈਂ ਉਹਦੇ ਲਈ ਵੀ ਕਾਫੀ ਸਾਲ ਹੋ ਗਏ ਭਾਈ ਸਾਹਿਬ ਜੀ, 10 ਸਾਲ ਹੀ ਹੋ ਗਏ। 10 ਸਾਲ? ਹਾਂਜੀ 10 ਸਾਲ ਵਿੱਚ ਬੜੀਆਂ ਦਵਾਈਆਂ, ਬੜੇ ਡਾਕਟਰ, ਪਤਾ ਨਹੀਂ ਕੀ ਹੋਇਆ ਉਹ। ਹਾਂਜੀ ਬਹੁਤ ਡਾਕਟਰ ਬਦਲੇ। ਮੈਂ ਇੰਨੀ ਦਵਾਈ ਖਾਧੀ ਕਿਸੇ ਵੇਲੇ ਤੇ ਮੈਨੂੰ ਮੇਰੇ ਘਰ ਵਾਲੇ ਨੇ ਵੀ ਕਹਿਣਾ, ਮੈਂ ਕਹਿਣਾ ਦਵਾਈ ਲੈਣ ਚੱਲੀ ਤੇ ਉਹਨਾਂ ਨੇ ਕਹਿਣਾ ਆਹ ਤੂੰ ਤੇ ਰਹਿਨੀ ਬਿਮਾਰ ਆ, ਤੂੰ ਚੰਗੀ ਕਦੋਂ ਹੁੰਨੀ ਆ। ਫਿਰ ਮੈਂ ਬੜਾ ਜ਼ਿਆਦਾ ਰੋਣਾ ਕਿ ਮੈਂ ਪਰੇਸ਼ਾਨ ਰਹਿਣਾ, ਮਤਲਬ ਕਿ ਬਹੁਤ ਟੈਨਸ਼ਨ ਰਹਿਣੀ ਕਿ ਮੈਨੂੰ ਇਦਾਂ ਗੱਲਾਂ ਹੋਣ ਡੀਆਂ। ਪਰ ਉਹ ਮੈਨੂੰ ਪਤਾ ਸੀ ਕਿ ਜਦੋਂ ਮੈਂ ਦੁਆ ਪ੍ਰਾਰਥਨਾ 'ਚ ਹੀ ਜ਼ਿਆਦਾ ਵਧਾਂਗੀ ਤੇ ਸਾਰੀਆਂ ਬਿਮਾਰੀਆਂ, ਕਿਉਂਕਿ ਮੈਨੂੰ ਕੋਈ ਦਵਾਈ ਵੀ ਨਹੀਂ ਲੱਗਣ ਦੀ। ਮੈਂ ਇੰਨੀ ਦਵਾਈ ਖਾ ਲਈ, ਬਹੁਤ ਜ਼ਿਆਦਾ ਦਵਾਈ ਖਾਧੀ, ਦਵਾਈ ਵੀ ਨਹੀਂ ਲੱਗਣ ਦੀ। ਉਹ ਤੋਂ ਬਾਅਦ ਮੈਂ ਪਰਮੇਸ਼ਰ ਇੱਥੇ ਆਈ, ਯੂਥ ਮੀਟਿੰਗ 'ਚ ਆਏ ਤੇ ਮੇਰਾ ਗਲਾ ਵੀ ਨਹੀਂ, ਮੇਰੇ ਕੋਲ ਮਤਲਬ ਬੋਲਣ ਨਹੀਂ ਹੋਣ ਡਿਆ। ਮੈਂ ਪ੍ਰਾਰਥਨਾ ਕਰਵਾਈ, ਮੈਂ ਭਾਈ ਸਾਹਿਬ ਜੀ ਮੇਰੇ ਲਈ ਪ੍ਰਾਰਥਨਾ ਕਰੋ ਕਿ ਮੇਰਾ ਗਲਾ ਜਿਹੜਾ ਠੀਕ ਹੋ ਜੇ। ਮੇਰੀ ਮੈਂ ਕਿਹਾ ਆਵਾਜ਼ ਵੀ ਨਹੀਂ ਨਿਕਲਣ ਦੀ। ਉਹਨਾਂ ਨੇ ਪ੍ਰਾਰਥਨਾ ਕੀਤੀ। ਬਾਅਦ ਵਿੱਚ 2-3 ਦਿਨਾਂ ਬਾਅਦ ਮੈਨੂੰ ਬਿਲਕੁਲ ਵੀ ਮੈਂ ਬਿਲਕੁਲ ਠੀਕ ਹੋ ਗਈ। ਤਾਂ ਜ਼ੋਰਦਾਰ ਕਲੈਪਿੰਗ ਕਰਾਂਗੇ ਇਸ ਗਵਾਹੀ ਦੇ ਲਈ, ਜ਼ੋਰਦਾਰ ਕਲੈਪਿੰਗ। ਹਾਲੇਲੂਇਆ। ਸਭ ਬੋਲੀਏ ਹਾਲੇਲੂਇਆ। ਸਾਰੀ ਮਸੀਹ ਕਲੀਸਿਆ ਨੂੰ ਸਲਾਮ, ਖੁਦਾ ਦੇ ਦਾਸਾਂ ਨੂੰ ਸਲਾਮ। ਮੇਰੀ ਗਵਾਹੀ ਦਾ ਮੇਰੀ ਬੇਟੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਪਰਮੇਸ਼ਵਰ ਤੋਂ ਦੂਰ ਹੋਣਾ ਕੁਝ ਚੰਗੀ ਗੱਲ ਨਹੀਂ ਹੈ। ਮੇਰੇ ਖੁਦਾ ਦੇ ਦਾਸਾਂ ਨੇ ਸਿਖਾਇਆ ਕਿ ਜਿੰਨਾ ਤੁਸੀਂ ਪਰਮੇਸ਼ਵਰ ਦੇ ਵੱਲ ਆਓਗੇ ਤੇ ਓਨਾ ਹੀ ਤੁਹਾਡੇ ਵੱਲ ਪਰਮੇਸ਼ਵਰ ਆਵੇਗਾ। ਮੇਰੇ ਕੋਲ ਕੋਈ ਭੁੱਲ ਹੋ ਗਈ, ਮੈਂ ਦੱਸਿਆ ਨਹੀਂ ਪਾਠ ਸਾਹਿਬਾਂ ਨੂੰ, ਦਸਵੰਧ ਤੋਂ ਮੇਰੇ ਕੋਲ ਭੁੱਲ ਹੋ ਗਈ, ਦੱਸਣਾ ਚਾਹੁੰਦਾ ਹਾਂ ਕਿਉਂਕਿ ਦੱਸਾਂਗੇ ਤੇ ਅਸੀਂ ਅੱਗੇ ਤੋਂ ਇਸ ਚੀਜ਼ ਨੂੰ ਸੁਧਰਾਂਗੇ। ਮੇਰੇ ਕੋਲ ਦਸਵੰਧ ਦੀ ਭੁੱਲ ਹੋ ਗਈ। ਮੈਂ ਕੰਮ ਤੋਂ ਆਇਆ, ਉਹ ਗਾਈ ਸਾਡੀ ਬਿਮਾਰ ਸੀਗੀ ਤੇ ਉਹਨੂੰ ਲੈ ਕੇ ਮੈਂ ਪੁਲ ਵੱਲ ਨੂੰ ਚੱਲ ਗਿਆ। ਉਹਨੂੰ ਮੈਂ ਕਿਹਾ ਚੱਲ ਵਿਚਾਰੀ ਜ਼ਿਆਦਾ ਬਿਮਾਰ ਆ ਤੇ ਮਰ ਗਈ ਤੇ ਕਿਸੇ ਨੇ ਚੁੱਕਣਾ ਨਹੀਂ ਆ ਇਹਨੂੰ, ਤੇ ਮੈਂ ਕਿਤੇ ਪੁਲ ਤੇ ਇਹਨੂੰ ਘਾਹ 'ਚ ਬੰਨ੍ਹ, ਉਹਨਾਂ ਨਾਲੇ ਰੱਜ ਲਿਆ ਕਰੇਗੀ, ਨਾਲੇ ਉੱਥੇ ਬੈਠ ਜਾ ਕਰੇਗੀ। ਮੈਂ ਗਾਈ ਬੰਨ੍ਹ ਕੇ ਆ ਗਿਆ। ਮੇਰੇ ਨਾਲ 2 ਬੇਟੇ ਸੀਗੇ। ਮੈਂ ਉੱਥੋਂ ਜਦੋਂ ਚੱਲਿਆ ਨਾ, ਜਦੋਂ ਗਾਈ ਦੀ ਰੱਸਾ ਫੜਿਆ, ਗਾਈ ਨੂੰ ਖਿੱਚਣ ਡਿਆ ਤੇ ਮੇਰੇ ਪੈਰ ਤੇ ਨਾ ਇੱਕ ਸੱਪ ਬੈਠਾ। ਮੈਂ ਸੱਪ ਨੂੰ ਇਦਾਂ ਕਰਕੇ ਝਾੜਿਆ ਤੇ ਬੇਟੇ ਮੈਨੂੰ ਕਹਿੰਦੇ ਨਹੀਂ ਚਾਚਾ ਜੀ ਇਹ ਤੀਲਾ ਆ। ਮੈਂ ਕਿਹਾ ਠੀਕ ਆ, ਇਹ ਤੀਲਾ ਹੀ ਆ। ਮੈਂ ਸਮਝ ਲਿਆ ਇਹ ਤੀਲਾ ਹੀ ਆ। ਜਦੋਂ ਮੈਂ ਆਪਣਾ ਪੁਲ ਪਾਰ ਕੀਤਾ ਨਾ
ਪੁਲ ਤੋਂ ਪਾਰ ਕਰਦਿਆਂ ਮੈਨੂੰ ਨਾ ਝੁੰਚਣੀ ਜੀ ਆਈ, ਜਲੂਣ ਹੋਈ। ਮੈਂ ਫਿਰ ਵੀ ਬੜੀ ਦਲੇਰੀ ਕੀਤੀ, ਮੈਂ ਪਰਮੇਸ਼ਰ ਦੇ ਗੜੀ ਬੀਜਤਾ। ਮੈਂ ਪ੍ਰਭੂ ਜੀ ਇਹ ਮੇਰੇ ਸੱਪ ਨਹੀਂ ਲੜਿਆ, ਹਾਲੇਲੂਇਆ। ਸੱਪ ਲੜੇ ਜੀ ਮੈਂ ਨਹਾ ਲਿਆ। ਮੈਨੂੰ ਕਹਿੰਦੀ ਚੱਲ ਬੰਦਗੀ ਤੇ ਖਤਮ ਹੋ ਗਈ, ਹੁਣ ਨਾ ਤੁਸੀਂ ਰੋਟੀ ਖਾ ਲਓ। ਅਸਰ ਹੁੰਦਾ ਗਿਆ, ਸੱਪ ਦਾ ਅਸਰ ਹੁੰਦਾ ਗਿਆ ਮੇਰੇ ਤੇ। ਉਹ ਜਦੋਂ ਹੌਲੀ ਹੌਲੀ ਫਿਰ ਜਦੋਂ ਮੈਨੂੰ ਇਹਨਾਂ ਨੇ ਰੋਟੀ ਪਾ ਕੇ ਦਿੱਤੀ ਨਾ, ਮੇਰੇ ਘਰਦਿਆਂ ਨੇ, ਰੋਟੀ ਪਾਵਾਂ ਚੁੰਮਚਾ ਗਾਂ ਤੇ ਚੁੰਮਚਾ ਆਵੇ ਪਛਾਂ। ਇਹ ਮੈਨੂੰ ਕਹਿੰਦੀ ਕੀ ਗੱਲ? ਮੈਂ ਕਿਹਾ ਮੇਰਾ ਰੋਟੀ ਖਾਣ ਨੂੰ ਦਿਲ ਨਹੀਂ ਕਰਨ ਡਿਆ, ਗਰਮੀ ਬੜੀ ਆ। ਤੁਹਾਨੂੰ ਦੱਸਿਆ ਕਿ ਉਸ ਜਗ੍ਹਾ ਤੇ ਮੈਂ ਰੋਟੀ ਬਣਾਉਣ ਗਿਆ ਸੀ, ਲੰਗਰ। ਉਹ ਸਾਰਾ ਦਿਨ ਮੈਂ ਭੁੱਖਾ ਰਿਹਾ, ਮੈਂ ਘਰ ਆਣ ਕੇ ਰੋਟੀ ਖਾਣੀ ਸੀ। ਉਹ ਰੋਟੀ ਵੀ ਮੇਰੇ ਕਰਮਾਂ 'ਚ ਨਹੀਂ ਹੋਈ। ਮੈਂ ਫੇਰ ਬੀਜਤਾ, ਮੈਂ ਪ੍ਰਭੂ ਯਿਸੂ ਮਸੀਹ ਜੀ ਮੈਂ ਚੰਗਾ ਹਾਂ, ਮੈਂ ਠੀਕ ਹਾਂ। ਇਹ ਮੇਰੇ ਸਰਾਣੇ ਬਹਿ ਕੇ ਉੱਚੀ ਰੋਣ ਲੱਗ ਪਈ। ਕਹਿੰਦੀ ਕਿ ਮੈਂ ਲੱਗੀ ਆ ਅੱਜ ਸਾਹਿਬ ਉਹਨਾਂ ਨੂੰ ਬੁਲਾਉਣ, ਤੁਸੀਂ ਨਹੀਂ ਜਾਣਾ। ਤੇ ਮੈਂ ਕਿਹਾ ਤੂੰ ਦਵਾ ਵਾਲਾ ਤੇਲ ਲਾ, ਮੈਂ ਬਿਲਕੁਲ ਠੀਕ ਹਾਂ, ਵਿਸ਼ਵਾਸ ਕਰ। ਕਹਿੰਦੀ ਨਹੀਂ। ਇਹ ਕੱਲੀ ਰਾਤ 9:30 10 ਵਜੇ ਨਾਲ ਅਗਲੇ ਘਰਾਂ 'ਚ ਗਈ, ਸਾਡੇ ਬੇਟਿਆਂ ਨੂੰ ਬੁਲਾ ਕੇ ਲਿਆਈ ਕਿ ਤੁਹਾਡੇ ਚਾਚੇ ਦੇ ਕੀ ਹੋਇਆ, ਸੱਪ ਲੜ ਗਿਆ। ਸੱਪ ਲੜ ਗਿਆ। ਜਦੋਂ ਮੈਨੂੰ ਹੌਲੀ ਅਸਰ ਹੁੰਦਾ ਗਿਆ ਤੇ ਫਿਰ ਮੈਂ ਆਪਣੇ ਭਤੀਜਿਆਂ ਨੂੰ ਨਾ ਹੌਲੀ ਜੀ ਬਾਹ ਫੜ ਕੇ ਕਿਹਾ, ਮੈਂ ਮੈਨੂੰ ਜਲਦੀ ਮੋਟਰਸਾਈਕਲ ਤੇ ਭਾਲੋ। ਕਹਿੰਦੇ ਕੀ ਗੱਲ? ਮੈਂ ਜਲਦੀ ਭਾਲੋ। ਜਦੋਂ ਉੱਥੇ ਪਹੁੰਚੇ ਆ ਨਾ ਤੇ ਮੈਂ ਫਿਰ ਦੁਆ ਕੀਤੀ, ਹਸਪਤਾਲ ਵੜਦਿਆਂ ਬੀਜਿਆ, ਮੈਂ ਪਰਮੇਸ਼ਵਰ ਜੀ ਇਹ ਮੈਨੂੰ ਸੱਪ ਨਹੀਂ ਲੜਿਆ, ਪਰਮੇਸ਼ਵਰ ਜੀ ਇਹ ਸਭ ਝੂਠ ਆ, ਮੈਂ ਚੰਗਾ ਹਾਂ, ਮੈਨੂੰ ਜ਼ਹਿਰ ਕੋਈ ਨਹੀਂ ਚੜਿਆ। ਘਰ ਦੇ ਇਹਨਾਂ ਕੋ ਆਏ, ਕਹਿੰਦੇ ਪਾਜ ਸਾਹਿਬ ਜੀ ਗੁਲਜ਼ਾਰ ਨੂੰ ਸੱਪ ਲੜ ਗਿਆ ਤੇ ਇਹਨਾਂ ਲਈ ਦੁਆ ਕਰੋ। ਪਾਜ ਸਾਹਿਬ ਹੁਣੀ ਆਣ ਕੇ ਇੱਥੇ ਚਰਚ ਆਏ, ਉਹ ਦੁਆ ਕੀਤੀ। ਫਿਰ ਦੁਬਾਰਾ ਘਰ ਗਏ, ਇਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਗੁਲਜ਼ਾਰ ਭਾਈ ਜੀ ਕੀ ਗੱਲ ਹੋ ਗਈ? ਮੈਂ ਕਿਹਾ ਜੀ ਕੁਝ ਨਹੀਂ, ਸੱਪ ਨੇ ਦੰਦੀ ਵੱਢੀ ਆ। ਅੱਛਾ ਠੀਕ ਆ, ਵਿਸ਼ਵਾਸ ਕਰ, ਜਿੱਥੇ ਜ਼ਹਿਰ ਹੈ ਉੱਥੇ ਹੀ ਅਟਕਿਆ ਰਹੇਗਾ। ਤੈਨੂੰ ਯਾਰ ਸਭ ਬੋਲੀਏ ਹਾਲੇਲੂਇਆ। ਜਦੋਂ ਮੈਨੂੰ ਇੰਨੀ ਗੱਲ ਮੇਰੇ ਸੇਵਕਾਂ ਨੇ ਕਹੀ ਨਾ, ਉਦੋਂ ਮੈਂ ਰੋਂਦਾ ਸੀਗਾ। ਅੱਜ ਮੈਂ ਹੱਸ ਕੇ ਗਵਾਹੀ ਦਿੰਦਾ ਹਾਂ ਕਿ ਪਰਮੇਸ਼ਰ ਨੇ ਮੈਨੂੰ ਤੁਹਾਡੇ ਵਿੱਚ ਜੀਵਤ ਰੱਖਿਆ ਇਹਨਾਂ ਦੀਆਂ ਦੁਆਵਾਂ ਦੇ ਨਾਲ। ਕਹਿੰਦੇ ਕਿ ਤੇਰਾ ਜਿੱਥੇ ਜ਼ਹਿਰ ਹੈ ਉੱਥੇ ਅਟਕਿਆ ਰਹੇਗਾ, ਤੈਨੂੰ ਜ਼ਹਿਰ ਨਹੀਂ ਚੜੇਗਾ। ਬਿਲਕੁਲ ਰਿਪੋਰਟਾਂ ਨਾਰਮਲ ਆਈਆਂ, ਬਿਲਕੁਲ ਵੀ ਜ਼ਹਿਰ ਮੇਰੇ ਵਿੱਚ ਨਹੀਂ ਆਇਆ। ਮੈਂ ਬਹੁਤ ਧੰਨਵਾਦ ਆਪਣੇ ਸੇਵਕਾਂ ਦਾ ਹਾਂ, ਜਿਨ੍ਹਾਂ ਨੇ ਮੈਨੂੰ ਇੱਕ ਬੱਚੇ ਦੀ ਤਰ੍ਹਾਂ, ਇੱਕ ਆਪਣੇ ਪੁੱਤਰ ਦੀ ਤਰ੍ਹਾਂ ਮੈਨੂੰ ਸਿਖਾਇਆ, ਵਚਨ ਸਿਖਾਇਆ ਕਿ ਤੂੰ ਬੀਜਣਾ ਸਿੱਖ। ਸਾਰਿਆਂ ਨੂੰ ਜੈਮਸੀ ਦੀ, ਖੁਦਾ ਦੇ ਸੇਵਕਾਂ ਨੂੰ ਜੈਮਸੀ ਦੀ। ਮੈਂ ਸਾਰਿਆਂ ਨੂੰ ਜੈਮਸੀ ਦੀ ਕਹਿਣਾ ਜੀ, ਦਾਸਾਂ ਨੂੰ ਜੈਮਸੀ ਦੀ ਕਹਿਣਾ। ਸਾਡੇ ਤੇ ਬਹੁਤ ਜ਼ਿਆਦਾ ਕਸ਼ਟ ਆਇਆ ਹੈ ਜੀ, ਪ੍ਰਭੂ ਨੇ ਕੱਟਿਆ। ਅਸੀਂ ਉਹਦਾ ਨਾਮ ਮੁਬਾਰਕ ਕਰਨੇ ਆ ਖੁਦਾਵੰਦ ਯਿਸੂ ਮਸੀਹ। ਹਰ ਇੱਕ ਤੰਦਰੁਸਤੀ, ਘਰਾਂ ਪਰਿਵਾਰਾਂ ਨੂੰ ਆਸ਼ੀਸ਼ ਔਰ ਬਰਕਤ ਬਖਸ਼ੇ ਖੁਦਾਵੰਦ। ਬਾਕੀ ਵੇਖ ਲਓ, ਹਫ਼ਤਾ ਕੁ ਬਿਮਾਰ ਰਹੀ, ਮੰਜੀ ਤੇ ਰਹੀ ਆ। ਪ੍ਰਭੂ ਨੇ ਇਹਨੂੰ ਉਠਾਲਿਆ, ਇਹਨੂੰ ਹਿੰਮਤ ਤਾਕਤ ਬਖਸ਼ੀ ਆ। ਇਹ ਮੈਨੂੰ ਆਪ ਖੁਦ ਕਹਿੰਦੀ ਵੀ ਹੁਣ ਦੁਆ ਕਰਾ। ਮੈਂ ਤੂੰ ਦੁਆ ਕਰਕੇ ਤੇ ਫੇਰ ਕੰਮ ਚੱਲਣਾ ਹੀ। 1 ਮਿੰਟ ਦੀ ਦੁਆ ਨਹੀਂ ਕਰ ਸਕਦੀ, ਕਰਦੀ ਰਹੀ ਨਾ। ਇਹਦਾ ਪਿਛਲਾ ਪਰਿਵਾਰ ਹੀ ਕਰਦਾ ਰਿਹਾ ਜੀ। ਇਹਦਾ ਪਿਛਲਾ ਪਰਿਵਾਰ ਦੁਆ ਵਿੱਚ ਕੋਈ ਵੀ ਨਹੀਂ, ਨਾ ਇਹ ਵੀ। ਮੈਂ ਤੂੰ ਦੁਆ ਕਰਕੇ ਤੇ ਫੇਰ ਸਾਡਾ ਕੰਮ ਸੂਤਰਾਂ ਤੇ ਨਹੀਂ ਆਉਂਦਾ। ਹੁਣ ਇਹ ਦੁਆ ਪੂਰੀ ਕਰਦੀ ਆ, ਆਪਣਾ ਰੋਜ਼ਾ ਰੱਖਣ ਵੀ ਸ਼ੁਰੂ ਕਰ ਦਿੱਤੀ ਆ। ਇਹਨੂੰ ਰੱਬ ਹੋਰ ਵਧਾਵੇ, ਹਾਲੇਲੂਇਆ। ਤੇ ਸਾਰਿਆਂ ਨੂੰ ਜੈਮਸੀ ਹਾਲੇਲੂਇਆ। ਸਾਰੇ ਭੈਣ ਭਾਈਆਂ ਨੂੰ ਜੈਮਸੀ ਦੀ, ਬੂਆ ਜੀ ਨੂੰ ਔਰ ਪਾਰੀ ਸਾਹਿਬ ਨੂੰ ਵੀ ਜੈਮਸੀ ਦੀ। ਮੇਰੀ ਗਵਾਹੀ ਇਹ ਆ ਕਿ ਮੈਂ ਸੁਨੀਲ ਦਾ ਨਾ ਟੈਸਟ ਕਰਵਾਏ ਤੇ ਇਹਦੇ ਸੈੱਲ ਬਹੁਤ ਹੀ ਵੀਕ ਸੀ। ਜਦੋਂ ਵੀ ਮੈਂ 3-4 ਵਾਰੀ ਟੈਸਟ ਕਰਵਾਏ ਤੇ ਇਹਦੇ ਸੈੱਲ ਘਟਦੇ ਗਏ। ਇਹਦੇ ਸੈੱਲ ਮੈਡੀਸਿਨ ਦੇਣ ਨਾਲ ਵੀ, ਦੁੱਧ ਪਿਆਉਣ ਨਾਲ ਵੀ ਕੋਈ ਫਰਕ ਨਹੀਂ ਪਿਆ ਸੁਨੀਲ ਨੂੰ ਕਿ ਇਹਦੇ ਸੈੱਲ ਪੂਰੇ ਹੋਣਗੇ। ਫਿਰ ਮੈਂ ਇਸ ਤਰ੍ਹਾਂ ਇੱਕ ਦਿਨ ਪਾਰੀ ਸਾਹਿਬ ਨੂੰ ਘਰ ਸੱਦਿਆ, ਪਾਰੀ ਸਾਹਿਬ ਆਏ ਤੇ ਇਹ ਨਾ ਮੰਮੀ ਘਰ ਜਾ ਕੇ ਨਾ ਲੁਕ ਗਿਆ। ਮੈਂ ਪਾਰੀ ਸਾਹਿਬ ਜੀ ਮੈਂ ਸੁਨੀਲ ਵਾਸਤੇ ਤੁਹਾਨੂੰ ਪ੍ਰੇਅਰ ਕਰਵਾਉਣ ਵਾਸਤੇ ਬੋਲਿਆ ਸੀ ਤੇ ਕਹਿੰਦੇ ਲੈ ਕੇ ਆਓ। ਤੇ ਮੈਂ ਕਿ ਇਹਨੂੰ ਸੱਦਣ ਗਈ ਤੇ ਮੰਮੀ ਕੇ ਘਰ ਲੁਕਿਆ, ਉਧਰੋਂ ਆਵੇ ਨਾ ਇਹ ਪ੍ਰੇਅਰ ਕਰਾਉਣ। ਫਿਰ ਮੈਂ ਕਿ ਇਹਨੂੰ ਖਿੱਚ ਕੇ ਲੈ ਕੇ ਆਈ ਕਿ ਸਾਡੇ ਘਰ ਪਾਰੀ ਸਾਹਿਬ ਆਏ ਤੇ ਮੰਮਾ ਆਂਦੇ ਕਿ ਤੁਸੀਂ ਪ੍ਰੇਅਰ ਕਰਵਾਓ। ਫਿਰ ਇਹ ਆਇਆ। ਫਿਰ ਪਾਰੀ ਸਾਹਿਬ ਕਹਿੰਦੇ ਕਿ ਇਹਨੂੰ ਚਰਚ ਲੈ ਕੇ ਆਇਓ, ਇਹ ਚਰਚ ਕਿਉਂ ਨਹੀਂ ਆਉਂਦਾ? ਮੈਂ ਕਿਹਾ ਪਾਰੀ ਸਾਹਿਬ ਜੀ ਮੈਨੂੰ ਪਤਾ ਨਹੀਂ, ਇਹ ਚਰਚ ਅੱਗੇ ਤੇ ਆਉਂਦਾ ਸੀ, ਹੁਣ ਬਿਲਕੁਲ ਇਹ ਚਰਚ ਨਹੀਂ ਆਉਂਦਾ। ਫਿਰ ਮੈਂ ਚਰਚ ਆਈ। ਫਿਰ ਮੈਂ ਪਾਰੀ ਸਾਹਿਬ ਨੂੰ ਫਿਰ ਬੋਲਿਆ, ਮੈਂ ਕਿਹਾ ਪਾਰੀ ਸਾਹਿਬ ਜੀ ਅੱਜ ਤੁਸੀਂ ਸੁਨੀਲ ਵਾਸਤੇ ਪ੍ਰੇਅਰ ਕਰੋ ਕਿ ਮੈਨੂੰ ਦਵਾਈਆਂ ਦੇ ਕੇ ਬਹੁਤ ਹੀ ਥੱਕ ਗਈ, ਇਹਦੇ ਤੇ ਮੈਂ ਬਹੁਤੇ ਪੈਸੇ ਖਰਚ ਚੁੱਕੀ ਆ ਤੇ ਸੁਨੀਲ ਨੂੰ ਕਿਤੇ ਵੀ ਫਰਕ ਨਹੀਂ ਪੈਣ ਡਿਆ। ਫਿਰ ਪਾਰੀ ਸਾਹਿਬ ਨੇ ਦੁਆ ਕੀਤੀ। ਇਹਦੇ ਸੈੱਲ ਜੋ ਕਦੇ ਹੋਏ ਹਨ ਐਸੇ ਉੱਪਰ ਮਸਾ ਜਾਏ, ਇਸ ਬੇਟੇ ਨੂੰ ਛੂਏ ਔਰ ਸਿਰ ਦੇ ਸੈੱਲ ਪੂਰੇ ਬਰਾਬਰ ਹੋ ਜਾਣ।
ਤੇ ਸੁਨੀਲ ਪਿਛਲੇ ਹਫਤੇ ਦਾ ਬਿਲਕੁਲ ਠੀਕ ਹੈ, ਸੈੱਲ ਵੀ ਬਿਲਕੁਲ ਠੀਕ ਹੈ ਜੀ। ਮੈਂ ਪ੍ਰਭੂ ਦਾ ਔਰ ਪ੍ਰਭੂ ਦੇ ਦਾਸਾਂ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਸਾਡੇ ਵਾਸਤੇ ਪ੍ਰੇਅਰ ਕੀਤੀ। ਔਰ ਮੇਰਾ ਬੇਟਾ ਹੁਣ ਵੇਖੋ ਤੁਹਾਡੇ ਵਿੱਚ ਬਿਲਕੁਲ ਠੀਕ ਠਾਕ ਆ, ਸਭ ਕੁਝ ਖਾਂਦਾ ਪੀਂਦਾ। ਪ੍ਰਭੂ ਦਾ ਮੈਂ ਧੰਨਵਾਦ ਕਰਦੀ ਹਾਂ ਔਰ ਰੱਬ ਦੇ ਦਾਸਾਂ ਦਾ ਵੀ ਧੰਨਵਾਦ ਕਰਦੀ ਹਾਂ। ਪ੍ਰਭੂ ਯਿਸੂ, ਅਸੀਂ ਤੇਰੇ ਕਦਮਾਂ 'ਚ ਆਉਂਦੇ ਹਾਂ, ਜੋ ਵਚਨ ਸੁਣਨ ਜਾ ਰਹੇ ਹਾਂ। ਅੱਗ ਦਾ ਤਾਇਆ ਹੋਇਆ ਹੈ, ਸਾਡੇ ਕੰਨਾਂ ਨੂੰ ਖੋਲ, ਦਿਮਾਗ ਨੂੰ ਖੋਲ, ਅੱਖਾਂ ਨੂੰ ਖੋਲ, ਜੀਵਨ ਨੂੰ ਖੋਲ, ਤਾਂ ਕਿ ਅਸੀਂ ਵਚਨ ਸੁਣਨ ਤੋਂ ਬਾਅਦ ਪਹਿਲੇ ਵਰਗੇ ਨਾ ਨਜ਼ਰ ਆਈਏ। ਯਿਸੂ ਦੇ ਨਾਂ 'ਚ ਆਮੇਨ, ਹਾਲੇਲੂਇਆ। ਆਓ ਅਸੀਂ ਕਲਾਮ ਦੇ ਵਿੱਚ ਵਧਾਂਗੇ ਕਿ Lord teach us to pray। बोलो हे प्रभु, सानू दुआ करनी सिखा, सानू दुआ करनी सिखा। बोलो हालेलुया। एक दूजे नूं बोलो, प्रभु तेनू आशीष देवे, वड्डियां वड्डियां बरकतां देवे। बोलो हालेलुया। मैं तुहाडे कोल एक सवाल पुछदा वां कि की आ दुआ, क्योंकि अज दा साडा विशा वा दुआ करनी सीखना। पर उस तो पहला की है दुआ? कदी तुसी कीती है? बिल्कुल सही, ताली बजाएंगे इसके लिए। परमेश्वर दे नाल गलबात। होर कोई? किन्ने लोग है दुआ करने वाले? हालेलुया। ਇਹਦਾ मतलब सारे दुआ करने वाले हैं। की है दुआ? इस बच्चे ने बोलिया प्रभु दे नाल। होर कोई? दुआ च परमेश्वर दा अपनी परेशानी परमेश्वर नूं दसना दुआ है। परमेश्वर दे नाल गलबात है दुआ। इज द की टू ओपन द डोर ऑफ हेवन। ताली बजाएंगे परमेश्वर के लिए। प्रार्थना 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 ये चाबी आ जिहदे नाल तुसी स्वर्ग दा ताला खोल सकदे हो। खोल के वेखो स्वर्ग नूं, किसी चीज़ नाल भी नहीं खुलना। जिद्दां तुसी मोटरसाइकिल की चाबी दे नाल कार दा ताला नहीं खोल सकते, कार की चाबी दे नाल मोटरसाइकिल दा ताला नहीं खोल सकते, इस तरीके नाल तुसी होर किसी चीज़ दे नाल स्वर्ग नहीं खोल सकते। दुआ एक इहो जी चाबी आ जिहदे नाल तुसी स्वर्ग दा दरवाजा खोल सकते। बोलो हालेलुया। जिहदा हालेलुया उच्चा ओही ते बरकत पाऊगा, जिहड़ा शेर वांगू गरजदा ओही ते बरकत पाऊगा। प्रार्थना एक रीढ़ दी हड्डी है। प्रार्थना साडे साह है। किसी नबी ने कहा प्रार्थना साडा स्टाइल है, किसी होर नबी ने कहा नहीं प्रार्थना साडा स्टैंडर्ड है, किसी होर नबी ने कहा नहीं प्रार्थना साडा साडा दिल ते दिमाग है, किसी होर नबी ने कहा जिहदे कोल दुआ उहदे कोल खुदा है, जिहदे कोल दुआ नहीं उहदे कोल खुदा नहीं है। ताली बजाएंगे। बोलो हालेलुया। मेरी दुआ च और संगति च किसी नूं सुस्ती नहीं पै सकती। अब्राहम दुआ कर लगा अपने भतीजे लूथ वास्ते। उत्पत्ति अध्याय 18, उत्पत्ति अध्याय 18 आयत 20 तो 33। जदों अपने खुदा दे नाल दुआ करन दिया। अज आपां देखांगे अपनी बेटी बेटे या पत्नी लिए दुआ करनी चाहिए, सानू किहदे लिए दुआ करनी चाहिए, किहदे लिए करनी चाहिए? पहला अपने सारे पिंड ली, फिर आप अपने शहर ली, फिर आप अपनी कंट्री ली कल भी दुआ करांगे। बोलो हालेलुया। किन्ने नूं समझ आया? किन्ने लोग खुदा दे घर च हैं? किन्ने लोग आत्मा च बैठे हैं? जेड़े आत्मा च बैठे शेर वांगू गरज के बोलो हालेलुया। प्रार्थना दाऊद दा स्टाइल सीगा, अब्राहम दा स्टाइल सीगा दुआ, दानियल हीरो सीगा दुआ दा, यूसुफ दुआ दा हीरो सी, जावेद दुआ दा हीरो सी, गिदौन दुआ दा हीरो सी। जिन्ने परमेश्वर दे नबी सुलेमान, दाऊद, सुलेमान, यरमिया, एजरा, नेहमिया, ये जिन्ने सीगे ये दुआ दे
ਯੋਧਾ ਸੀਗਾ। ਬੋਲੋ ਹਾਲੇਲੂਇਆ। ਇਹਨਾਂ ਦੁਆ ਦੇ ਨਾਲ ਬੜੀਆਂ ਬੜੀਆਂ ਜੰਗਾਂ ਜਿੱਤੀਆਂ ਨੇ। ਦੁਆ ਦੇ ਨਾਲ ਪ੍ਰੈਸਬਿਟੇਰੀਅਨ ਚਰਚ ਦੇ 400 ਲੋਕ ਸਵੇਰੇ 4 ਵਜੇ ਉੱਠ ਕੇ ਦੁਆ ਕਰਦੇ ਆ। ਤਾਲੀ ਵਜਾਓ। ਸਵੇਰੇ 4 ਵਜੇ ਉੱਠ ਕੇ ਪ੍ਰਾਰਥਨਾ ਕਰਦੇ ਆ। ਜਿਹੜੇ ਸਾਡੇ ਮਿਸ਼ਨਾਂ ਦੇ ਬਿਸ਼ਪ ਹੋਏ ਆ ਸਵੇਰੇ ਮਨੇਰੇ ਉੱਠ ਕੇ ਦੁਆ ਕਰਦੇ ਸਾਡੇ ਲਈ। ਬੋਲੋ ਹਾਲੇਲੂਇਆ। ਤੇ ਅਸੀਂ ਕਿਉਂ ਨਾ ਉਹਨਾਂ ਲਈ ਦੁਆ ਕਰੀਏ। ਸਵਾਰਥੀ ਨਹੀਂ ਬਣਨਾ, ਪਰਮੇਸ਼ਵਰ ਦੇ ਬੱਚੇ ਬਣਨਾ। ਅਬਰਾਹਮ ਵੀ ਦੁਆ ਕਰਨ ਲੱਗਾ। ਅੱਜ ਵੇਖਾਂਗੇ ਕਿ ਅਬਰਾਹਮ ਦਾ ਸਟਾਈਲ ਕਿਦਾਂ ਦਾ ਦੁਆ ਕਰਨ ਦਾ। ਸਦੋਮ ਤੇ ਅਮੋਰਾ ਨੂੰ ਪ੍ਰਭੂ ਨਾਸ਼ ਕਰਨ ਦੇ। ਜੈਨੇਸਿਸ ਚੈਪਟਰ 18 वर्स 20। छेती। फिर यहोवा ने किया सदोम और अमोरा की चिलचिलाहट उन्हां दी बढ़ गया पाप। सदोम ते अमोरा दी चिलचिलाहट उन्हां दा पाप गुनाह वध गया। आगे पढ़ो की लिखे। इसलिए मैं उतर कर देखूंगा कि उसकी जैसी चिल्लाहट मेरे कान तक पहुंची है। हाँ, उन्होंने ठीक वैसा ही काम किया है। सदोम ते अमोरा ने बड़े वड्डे वड्डे पाप कीते हन। आगे उन्होंने ठीक वैसा ही काम किया है कि हाँ नहीं? हाँ आगे। और ना किया हो तो मैं उसे जान लूंगा। मैं उसे जान। फिर यहोवा ने कहा। हाँ, फिर यहोवा ने अब्राहम से कहा सदोम और अमोरा की चिल्लाहट बढ़ गई है सदोम ते अमोरा दे चिलचिलाहट वध गई है। और उनका पाप बहुत भारी हो हाँ, गया है। ਉਹਨਾਂ ਦਾ ਪਾਪ ਬੜਾ ਭਾਰਾ हो गया है। ਤੇ ਤੁਹਾਨੂੰ ਪਤਾ ਜਦੋਂ ਘੜਾ ਭਰ ਜੇ ਤੇ ਭਾਰਾ ਹੋ ਜਾਂਦਾ ਹੈ ਨਾ। ਫਿਰ ਕੀ ਹੋ ਜਾਂਦਾ? ਫਿਰ ਕੀ ਹੋ ਜਾਂਦਾ? ਆਪਾਂ ਹੀ ਤੇ ਸਿਆਣੇ ਆ। ਸਿਆਣਿਆਂ ਨੇ ਸਾਨੂੰ ਸਿਖਾਇਆ ਨਾ, ਉਹ ਭਾਈ ਸਾਹਿਬ ਪਾਪਾਂ ਦਾ ਘੜਾ ਭਰ ਗਿਆ ਵਾ। ਅਸੀਂ ਵੀ ਸਿਆਣਿਆਂ ਤੋਂ ਬੜੀਆਂ ਚੀਜ਼ਾਂ ਸਿੱਖੀਆਂ ਨੇ। ਮੈਂ ਅੱਜ ਵੀ ਆਪਣੇ ਪਿੰਡ ਜਾਣਾ, ਮੈਂ ਜਵਾਨਾਂ ਲਾਗੇ ਘੱਟ ਸਿਆਣਿਆਂ ਲਾਗੇ ਜ਼ਿਆਦਾ ਬਹਿਣਾ। ਹਾਲੇਲੂਇਆ। ਆਪਣੇ ਬਜ਼ੁਰਗਾਂ ਲਾਗੇ ਵਿਆਹ ਕਰੋ, ਉਹਨਾਂ ਕੋ ਸਿੱਖੋ, ਤਾਂ ਹੀ ਗੱਲ ਬਣੇਗੀ। ਬੋਲੋ ਹਾਲੇਲੂਇਆ। ਕਹਿੰਦਾ ਸਦੋਮ ਤੇ ਅਮੋਰਾ ਦਾ ਪਾਪ ਭਾਰਾ ਹੋ ਗਿਆ ਹੈ। ਕੀ ਕਰਾਂਗਾ ਮੈਂ? इसलिए मैं उतर कर देखूंगा ਮੈਂ ਖੁਦ ਉਤਰ ਕੇ ਵੇਖਾਂਗਾ कि उसकी जैसी चिल्लाहट ਕਿ ਉਹਨਾਂ ਦਾ ਰੌਲਾ मेरे कान तक पहुंची है। ਮੇਰੇ ਕੰਨਾਂ ਤੱਕ ਪਹੁੰਚ ਗਈ ਹੈ। उन्होंने ठीक वैसा ही काम किया है। ਉਹਨਾਂ ਨੇ ਮੇਰੇ ਹੁਕਮ ਤੋਂ ਉਲਟਾ ਕੰਮ ਕੀਤਾ ਹੈ। और ना किया हो तो मैं उसे जान लूंगा। ਅਗਰ ਸਹੀ ਨਾ ਕੀਤਾ ਹੁੰਦਾ ਤੇ ਮੈਂ ਉਹਨਾਂ ਨੂੰ ਜਾਣਦਾ ਨਾ। ਸਮਝ ਗਏ? ਇੱਥੇ ਕੋਈ ਲੌਜਿਕ ਹੈ। ਸਦੋਮ ਤੇ ਅਮੋਰਾ 'ਚ ਕੌਣ ਰਹਿੰਦਾ ਸੀਗਾ? ਅਬਰਾਹਮ ਦਾ ਭਤੀਜਾ ਲੂਤ ਰਹਿੰਦਾ ਸੀਗਾ। ਕਿੰਨਿਆਂ ਨੇ ਬਾਈਬਲ 'ਚੋਂ ਪੜ੍ਹਿਆ ਹੈ? ਸਦੋਮ ਤੇ ਅਮੋਰਾ 'ਚ ਪ੍ਰਭੂ ਦਾ ਸੇਵਕ ਨਬੀ ਅਬਰਾਹਮ ਦਾ ਭਤੀਜਾ ਲੂਤ ਰਹਿੰਦਾ ਸੀ। ਪਰ ਖੁਦਾ ਨੇ ਕਿਹਾ ਕਿ ਮੈਂ ਉਸ ਸ਼ਹਿਰ ਨੂੰ ਨਾਸ਼ ਕਰਾਂਗਾ। ਖੁਦਾ ਨੇ ਕਿਹਾ ਉਹਨਾਂ ਵਾਸਤੇ ਦੁਆ ਨਾ ਕਰੀ। ਨਾ ਨਾ ਅਬਰਾਹਮ, ਬਸ ਅਬਰਾਹਮ ਨਾ ਦੁਆ ਕਰੀ, ਕਿਉਂਕਿ ਇਹਨਾਂ ਦੇ ਪਾਪ ਭਾਰੀ ਹੋ ਗਏ, ਮੈਂ ਨਾਸ਼ ਕਰਨ ਦਿਆਂ। ਇਸ ਲਈ ਅਬਰਾਹਮ ਨੇ ਸਿੱਧਾ ਨਹੀਂ ਕਿਹਾ, ਹੇ ਯਹੋਵਾ ਸਦੋਮ ਤੇ ਅਮੋਰਾ 'ਚ ਮੇਰਾ ਭਤੀਜਾ ਰਹਿੰਦਾ ਆਪਣੇ ਟੱਬਰ ਸਣੇ, ਉਹਨਾਂ ਨੂੰ ਬਚਾ ਲਾ। ਇੱਦਾਂ ਨਹੀਂ ਕਿਹਾ। ਅੱਗੇ ਬੁਝਾਰਤਾਂ ਜੀਆਂ ਪਾਉਣ ਡਿਆ ਪਿਆ। ਅੱਗੇ ਕੀ ਬੁਝਾਰਤਾਂ ਪਾਉਣ ਡਿਆ ਪਿਆ? ਬੇਟੇ ਛੇਤੀ पढ़ी। तब अब्राहम उसकी समीप जाकर कहने लगा तब अब्राहम यहोवा के पास जाकर बोलने लगा, क्या तू सचमुच दुष्ट के साथ धर्मी का भी नाश करेगा? कि तू बुरे दे नाल चंगे दा भी नाश करेगा? किन्ना नूं समझ आ रहा पिछे वाले? इदां ना उवें ही चले जाण। बोलो हालेलुया। प्रभु कह रहा, क्या तू धर्मी दे नाल दुष्टां दे नाल धर्मियां नूं भी नाश करेगा? अगे प्रभु दा जवाब सुनियो। कदाचित उस नगर में 50 धर्मी हो तो क्या तू सचमुच उस स्थान को नष्ट करेगा? हालेलुया। तुसीं सवेरे सवेरे माइक 'ਚ सुणदे होणगे। सारे ਲਈ प्रार्थना करदा मैं। बोलो हालेलुया। लॉजिक देखो, ਇਹਦਾ ਕੰਮ ਦੇਖੋ। हे ਯਹੋਵਾ, ਜੇ ਸਦੋਮ ਅਮੋਰਾ 'ਚ 50 ਜਾਣੇ ਆ ਤੇ ਕੀ ਤੂੰ ਉਹਨਾਂ 50 ਧਰਮੀਆਂ ਦੀ ਵਜ੍ਹਾ ਨਾਲ ਦੂਸਰਿਆਂ ਨੂੰ ਬਚਾ ਲੇਗਾ? ਉਹਨਾਂ ਨੂੰ ਨਾਸ਼ ਨਹੀਂ ਕਰੇਗਾ? ਤੇ ਅੱਗੇ ਯਹੋਵਾ ਦਾ ਉੱਤਰ ਕੀ ਆ? यहोवा ने कहा, हाँ, यदि मुझे सदोम में 50 धर्मी मिले ਜੇ ਮੈਨੂੰ ਸਦੋਮ ਸ਼ਹਿਰ 'ਚ 50 ਧਰਮੀ ਲੋਕ ਮਿਲਣਗੇ
तो उनके कारण वो सारे शैतान को छोड़ूंगा। ਹਾਲੇਲੂਇਆ। ਕਹਿੰਦਾ ਜੇ ਉੱਥੇ 50 ਧਰਮੀ ਹੋਣਗੇ ਤੇ ਕੀ ਤੁਸੀਂ ਨਾਸ਼ ਕਰ ਦੋਗੇ? ਉਹ ਸ਼ਹਿਰ ਨੂੰ ਤਬਾਹ ਕਰ ਦੋਗੇ? ਚੱਲ ਠੀਕ ਹੈ, ਮੈਂ ਛੱਡ ਦਾਂਗਾ 50 ਦੀ ਵਜ੍ਹਾ ਨਾਲ ਪੂਰਾ ਸ਼ਹਿਰ ਛੱਡ ਦਾਂਗਾ। ਫਿਰ ਨੀਵਾਂ ਹੋ ਗਿਆ ਥੋੜਾ ਜਿਹਾ। ਪ੍ਰਭੂ 45 ਜਾਣੇ ਤੇਰਾ ਡਰ ਮੰਨਦੇ ਨੇ ਤੇ ਤੂੰ 45 ਦੀ ਵਜ੍ਹਾ ਨਾਲ ਪੂਰੇ ਸ਼ਹਿਰ ਨੂੰ ਬਚਾ ਲੇਗਾ? ਔਰ ਜਾ ਬਚਾ ਲੂੰਗਾ, 45 ਦੀ ਵਜ੍ਹਾ ਨਾਲ ਵੀ ਬਚਾ ਲੂੰਗਾ। ਹੋਰ ਨੀਵਾਂ ਹੁੰਦਾ ਜਾਣ ਡਿਆ ਅਬਰਾਹਮ। ਦੁਆ ਦਾ ਸਟਾਈਲ ਕਿੰਨਾਂ ਨੂੰ ਸਮਝ ਆ ਰਹੀ ਹੈ? ਸਿਰਫ ਲੂਤ ਆਪਣੇ ਪਰਿਵਾਰ ਨੂੰ, ਆਪਣੀ ਪਤਨੀ ਬੇਟੀ ਨੂੰ ਲੈ ਕੇ, ਤੇ ਬਾਕੀ ਕੀ ਹੋ ਗਏ? ਸਾਰਿਆਂ ਨੂੰ ਪ੍ਰਭੂ ਨੇ ਨਾਸ਼ ਕਰਤਾ। ਖੁਦਾ ਦੀ ਹਜ਼ੂਰੀ 'ਚ ਦੋ ਚੀਜ਼ਾਂ ਨੇ, ਇੱਕ ਬਰਕਤ ਔਰ ਇੱਕ ਸ਼ਰਾਬ। ਧਿਆਨ ਰੱਖੋ, ਸਾਡਾ ਪਰਮੇਸ਼ਰ ਬੜਾ ਉੱਚਾ ਪਰਮੇਸ਼ਰ ਹੈ। ਉਹ ਇੱਕ ਛੋਟੀ ਮੋਟੀ ਚੀਜ਼ ਨਹੀਂ ਹੈ, ਉਹ ਵੱਡਾ ਪਰਮੇਸ਼ਰ। ਉਸ ਵੱਡੇ ਪਰਮੇਸ਼ਰ ਲਈ ਜ਼ੋਰ 'ਚ ਖਿੱਚ ਕੇ ਤਾਲੀ ਵਜਾਓ। ਕਲਾਮ 'ਚ ਲਿਖਿਆ ਦੂਸਰੀ ਗੱਲ। ਪਹਿਲੀ ਗੱਲ ਅਬਰਾਹਮ ਦੀ ਪ੍ਰੇਰ। ਉਹ ਤੋਂ ਸਾਨੂੰ ਸਿੱਖਣਾ ਚਾਹੀਦਾ ਕਿ ਸਾਨੂੰ ਸਾਰਿਆਂ ਲਈ ਦੁਆ ਕਰਨੀ ਚਾਹੀਦੀ ਹੈ। ਉਹ ਸਾਰਿਆਂ ਦੇ ਚੱਕਰ 'ਚ ਅਸੀਂ ਵੀ ਬਚ ਜਾਣਾ। ਜੇ ਆਪਾਂ ਸਾਰਿਆਂ ਲਈ ਨਾ ਦੁਆ ਕੀਤੀ ਤੇ ਆਪਾਂ ਬਚ। ਪਾਪਾਂ ਤੋਂ क्षमा, ਜਦੋਂ ਪਾਪਾਂ ਤੋਂ क्षमा ਮੰਗੋਗੇ ਦੁਆ ਕਰਨੀ ਆਪੇ ਆ ਜਾਣੀ ਹੈ, ਆਪੇ ਆ ਜਾਣੀ, ਕਿਸੇ ਸਿਖਾਉਣ ਦੀ ਜ਼ਰੂਰਤ ਨਹੀਂ ਹੈ। ਔਰ ਜਿਹਦੇ 'ਚ ਪਾਪਾਂ ਦੀ क्षमा ਉਹ ਦੁਆ ਕਰ ਸਕਦਾ, ਜਿਹਦੇ 'ਚ ਪਾਪਾਂ ਦੀ क्षमा ਨਹੀਂ ਉਹ ਕਦੀ ਵੀ ਦੁਆ। ਕਦੀ ਆਪਾਂ ਇੱਕ ਵਾਰੀ ਮਾਫੀ ਮੰਗ ਲੈਨੇ ਫਿਰ ਉਹ ਕੰਮ ਕਰਦੇ ਹਾਂ, ਪਰ ਇਦਾਂ ਦਾ ਨਹੀਂ ਬਣਨਾ। ਖੁਦਾ ਦੇ ਕਲਾਮ 'ਚ ਲਿਖਿਆ ਇੱਕ ਵਾਰੀ ਦੁਸ਼ਟ ਆਤਮਾ ਜਦੋਂ ਨਿਕਲ ਜੇ ਉਹ ਫਿਰ ਇੱਧਰ ਉੱਧਰ ਘੁੰਮਦੀ ਹੈ ਔਰ ਜਗ੍ਹਾ ਲੱਭਦੀ, ਉਹਨੂੰ ਜਗ੍ਹਾ ਨਹੀਂ ਲੱਭਦੀ। ਔਰ ਇੱਧਰ ਉਹ ਆਦਮੀ ਬਿਲਕੁਲ ਠੀਕ ਹੋ ਗਿਆ ਹੁੰਦਾ ਹੈ ਤੇ ਉਹ ਦੁਸ਼ਟ ਆਤਮਾ ਜਿਹੜੀ ਨਿਕਲੀ ਆ ਉਹ ਉੱਧਰ ਮੀਟਿੰਗ ਚੱਲਣ ਦੀ ਉਹਨਾਂ ਦੀ, ਉਹ ਹੀ ਨਿਕਲ ਕੇ ਚੰਗਾ ਨਹੀਂ ਕੀਤਾ, ਚਲੋ 7 ਹੋਰ ਚੱਲ ਗਏ। ਤੇ ਜਿੱਦਾਂ ਹੀ ਇੱਧਰ ਉਹ ਆਦਮੀ ਗਲਤੀ ਕਰਦਾ, ਉਸੇ ਵੇਲੇ ਉਹ 7 ਦੀ 7 ਟੋਲੀ ਆ। तो वचन च लिखा फिर ਉਹਦਾ हाल ਉਹਦੇ तो भी बुरा हो। खुदा मसीह आप सभी को इस पवित्र पाक कलाम के द्वारा आशीष और बरकत दे। बोलो हालेलुया।
पिंड प्रभु के लोगों वास्ते और जिन्ने भी खुदा के खादम लोग हैं मसीह कलीसिया है उन्होंने दे नाल हुण तो लेके हमेशा हमेशा तक होंदी रहे आमीन हालेलुया 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 प्रभु तुहानू सारे आशीष दे सारे सलाम